प्यारे विद्यार्थियों, 8वीं श्रेणी की समाजिक विज्ञान विषय की हफ्तावार 9वीं अभ्यास सीट ਨੂੰ ਆਪਾਂ ਸੋਲਵ ਕਰਦੇ ਹਾਂ ਤੇ ਇਸ ਦੇ ਸਵਾਲਾਂ ਨੂੰ ਆਪਾਂ ਦੇਖਦੇ ਹਾਂ। ਤਾਂ ਪਹਿਲਾ ਸਵਾਲ ਦੇਖੋ, ਭਾਰਤ ਦੇ ਨਕਸ਼ੇ ਦੇ ਵਿੱਚ ਕੁਝ ਕੁ ਖੇਤਰ ਨੇ ਜਿਹੜੇ ਸਟੇਟ ਨੇ ਉਹ ਛਾਇਆਦਾਰ ਕੀਤੇ ਹੋਏ ਨੇ। ਇੱਥੇ ਅੰਗਰੇਜ਼ਾਂ ਨੇ ਇੱਥੇ ਖੇਤੀਬਾੜੀ ਨਾਲ ਸੰਬੰਧਿਤ ਇੱਕ ਪ੍ਰਬੰਧ ਜਿਹੜਾ ਹੈਗਾ ਸਿਸਟਮ ਸੈਟਲਮੈਂਟ ਲਾਗੂ ਕੀਤਾ ਸੀ, ਜਿਸ ਦੇ ਵਿੱਚ ਲਗਾਨ ਦੀ ਜ਼ਿੰਮੇਵਾਰੀ ਪਿੰਡ ਦੇ ਸਾਰੇ ਭਾਈਚਾਰੇ ਦੀ ਹੁੰਦੀ ਸੀ। ਤਾਂ ਅੰਗਰੇਜ਼ਾਂ ਨੇ ਇੱਥੇ ਕਿਹੜਾ ਸਿਸਟਮ ਲਾਗੂ ਕੀਤਾ ਸੀ, ਜਿਸ ਦੇ ਵਿੱਚ ਪੰਜਾਬ ਅਤੇ ਉੱਤਰ ਪ੍ਰਦੇਸ਼ ਦਾ ਏਰੀਆ ਆਉਂਦਾ ਸੀ। ਤੀਸਰਾ ਆਪਸ਼ਨ ਮਹਿਲਵਾੜੀ ਸਿਸਟਮ। ਤਾਂ ਮਹਿਲਵਾੜੀ ਸਿਸਟਮ ਆ ਜਿਹੜਾ ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਲਾਗੂ ਅੰਗਰੇਜ਼ਾਂ ਦੁਆਰਾ ਕੀਤਾ ਗਿਆ ਸੀ। ਤੀਸਰਾ ਆਪਸ਼ਨ ਬਿਲਕੁਲ ਸਹੀ ਹੈ। ਦੂਸਰਾ ਸਵਾਲ, ਇੰਗਲੈਂਡ ਦੀ ਉਦਯੋਗਿਕ ਕ੍ਰਾਂਤੀ ਦੇ ਭਾਰਤ ਉੱਤੇ ਹੇਠ ਲਿਖਿਆਂ ਵਿੱਚੋਂ ਕੀ ਪ੍ਰਭਾਵ ਪਏ? ਉਪਰੋਕਤ ਸਾਰੇ। ਭਾਰਤ ਦਾ ਕੱਚਾ ਮਾਲ ਇੰਗਲੈਂਡ ਜਾਣ ਲੱਗਾ। ਅੰਗਰੇਜ਼ਾਂ ਨੇ ਭਾਰਤ ਵਿੱਚ ਕ੍ਰਿਸ਼ੀ ਵਣਜੀਕਰਨ ਸ਼ੁਰੂ ਕੀਤਾ, ਬਿਲਕੁਲ ਸਹੀ। ਭਾਰਤ ਦੇ ਲਘੂ ਉਦਯੋਗਾਂ ਦਾ ਪਤਨ ਹੋਣਾ ਸ਼ੁਰੂ ਹੋ ਗਿਆ, ਬਿਲਕੁਲ ਸਹੀ। ਆਪਸ਼ਨ ਚੌਥਾ ਬਿਲਕੁਲ ਸਹੀ ਹੈ। ਭਾਰਤ ਵਿੱਚ ਅੰਗਰੇਜ਼ਾਂ ਦੀਆਂ ਖੇਤੀਬਾੜੀ ਸੰਬੰਧੀ ਨੀਤੀਆਂ ਦਾ ਮੁੱਖ ਉਦੇਸ਼ ਭਾਰਤ ਵਿੱਚ ਵੱਧ ਤੋਂ ਵੱਧ ਕੀ ਸੀ? ਧਨ ਇਕੱਠਾ ਕਰਨਾ। ਤਾਂ ਇਸ ਉਦੇਸ਼ ਦੇ ਲਈ ਅੰਗਰੇਜ਼ਾਂ ਨੇ ਵੱਖ-ਵੱਖ ਲਗਾਨ ਪ੍ਰਣਾਲੀਆਂ ਸ਼ੁਰੂ ਕੀਤੀਆਂ। ਤਾਂ ਤੁਸੀਂ ਜਿਹੜਾ ਕਾਲਮ ਆ ਉਹਨੂੰ ਮੈਚ ਕਰਨਾ। ਤਾਂ ਦੂਸਰੀ ਆਪਸ਼ਨ ਬਿਲਕੁਲ ਸਹੀ ਹੈ। ਸਥਾਈ ਬੰਦੋਬਸਤ ਲਾਰਡ ਕਾਰਨਵਾਲਿਸ ਨੇ ਸ਼ੁਰੂ ਕਰਿਆ ਸੀ। ਰਈਅਤਵਾੜੀ ਥਾਮਸ ਮੁਨਰੋ ਨੇ। ਇਜਾਰੇਦਾਰੀ ਵਾਰਨ ਹੈਸਟਿੰਗਜ਼ ਨੇ। ਬਿਲਕੁਲ ਸਹੀ, ਦੂਸਰੀ ਆਪਸ਼ਨ ਸਹੀ ਹੈ। ਚੌਥਾ ਸਵਾਲ, ਕਥਨਾਂ ਦਾ ਵਿਸ਼ਲੇਸ਼ਣ ਕਰੋ ਅਤੇ ਕਿਹੜਾ ਕਥਨ ਸਹੀ ਹੈ? ਕ੍ਰਿਸ਼ੀ ਵਣਜੀਕਰਨ ਹੋਣ ਕਾਰਨ ਕਿਸਾਨ ਕਣਕ, ਕਪਾਹ, ਤੇਲ ਦੀ ਬੀਜ, ਗੰਨਾ, ਪਟਸਨ ਫਸਲਾਂ ਪੈਦਾ ਕਰਨ ਲੱਗੇ, ਬਿਲਕੁਲ ਸਹੀ। ਨੀਲ ਦੀ ਖੇਤੀ ਵਿਰੁੱਧ ਵਿਦਰੋਹ ਚੰਪਾਰਨ ਬਿਹਾਰ ਵਿੱਚ ਹੋਇਆ ਸੀ, ਬਿਲਕੁਲ ਸਹੀ। ਇਸ ਲਈ ਆਪਸ਼ਨ ਦੂਸਰੀ ਕਥਨ ਊੜਾ ਅਤੇ ਆੜਾ ਦੋਵੇਂ ਸਹੀ ਹਨ, ਬਿਲਕੁਲ ਸਹੀ। ਪੰਜਵਾਂ ਸਵਾਲ, ਅੰਗਰੇਜ਼ਾਂ ਦੁਆਰਾ ਭਾਰਤ ਵਿੱਚ ਵੱਖ-ਵੱਖ ਖੇਤੀਬਾੜੀ ਪ੍ਰਬੰਧਾਂ ਨੂੰ ਸੁਧਾਰ ਕਰਨ ਦਾ ਮੁੱਖ ਉਦੇਸ਼ ਕੀ ਸੀ? ਤਾਂ ਅੰਗਰੇਜ਼ਾਂ ਦਾ ਮੁੱਖ ਉਦੇਸ਼ ਸੀ ਵੱਧ ਤੋਂ ਵੱਧ ਧਨ ਇਕੱਠਾ ਕਰਨਾ, ਦੂਸਰੀ ਆਪਸ਼ਨ ਬਿਲਕੁਲ ਸਹੀ ਹੈ। ਭਾਰਤ ਦਾ ਉਹ ਕਿਹੜਾ ਕੇਂਦਰੀ ਬੈਂਕ ਹੈ ਜੋ ਦੇਸ਼ ਦੀ ਮੁਦਰਾ ਅਤੇ ਕ੍ਰੈਡਿਟ ਪ੍ਰਣਾਲੀ ਨੂੰ ਕੰਟਰੋਲ ਕਰਨ ਦੇ ਨਾਲ ਨਾਲ ਇਸ ਦੀ ਨਿਗਰਾਨੀ ਵੀ ਕਰਦੀ ਹੈ? ਦੂਸਰੀ ਆਪਸ਼ਨ ਰਿਜ਼ਰਵ ਬੈਂਕ ਆਫ ਇੰਡੀਆ, RBI ਦੇਸ਼ ਦੀ ਕੇਂਦਰੀ ਬੈਂਕ ਹੈ। ਤਾਂ ਭਾਰਤ ਖੇਤੀਬਾੜੀ ਪ੍ਰਧਾਨ ਦੇਸ਼ ਹੈ, ਪਰੰਤੂ ਇਸ ਵਿੱਚ ਥੋੜ੍ਹੀ ਜ਼ਮੀਨ ਵਾਲੇ ਗਰੀਬ ਕਿਸਾਨ ਵੀ ਰਹਿੰਦੇ ਹਨ, ਖੇਤੀਬਾੜੀ ਮਜ਼ਦੂਰ ਵੀ ਰਹਿੰਦੇ ਹਨ, ਕਾਰੀਗਰ ਵੀ ਰਹਿੰਦੇ ਹਨ। ਤਾਂ ਇੱਥੇ ਦੇਸ਼ ਦੇ ਵਿੱਚ ਇੱਕ ਬੈਂਕਾਂ ਨੇ ਜਿਹੜੀਆਂ ਸਥਾਪਿਤ ਕੀਤੀਆਂ ਗਈਆਂ, ਜਿਨ੍ਹਾਂ ਦਾ ਉਦੇਸ਼ ਸੀ ਇਹਨਾਂ ਲੋਕਾਂ ਨੂੰ ਕਰਜ਼ੇ ਦੀ ਸਹੂਲਤ ਦੇਣਾ। ਤਾਂ ਇਹਨਾਂ ਬੈਂਕਾਂ ਦਾ ਨਾਮ ਕੀ ਸੀ? ਆਪਸ਼ਨ ਪਹਿਲੀ ਖੇਤਰੀ ਗ੍ਰਾਮੀਣ ਬੈਂਕ। ਤਾਂ ਜਿਹੜੀਆਂ ਗ੍ਰਾਮੀਣ ਬੈਂਕਸ ਨੇ ਇਹ ਮਜ਼ਦੂਰਾਂ ਨੂੰ, ਖੇਤ ਮਜ਼ਦੂਰਾਂ ਨੂੰ, ਛੋਟੇ ਕਾਰੀਗਰਾਂ ਨੂੰ ਜਿਹੜੀਆਂ ਨੇ ਕਰਜ਼ਾ ਪ੍ਰਦਾਨ ਕਰਦੀਆਂ ਨੇ। 8ਵਾਂ ਸਵਾਲ ਦੇਖੋ, ਹਰਦੀਪ ਨੇ ਇੱਕ ਕਾਰ ਖਰੀਦੀ। ਤਾਂ ਜਦੋਂ ਉਸਨੇ ਕਾਰ ਖਰੀਦਣ ਦਾ ਬਿੱਲ ਚੈੱਕ ਕੀਤਾ ਤਾਂ ਉਸ ਉੱਪਰ ਇੱਕ ਵਿਸ਼ੇਸ਼ ਕਿਸਮ ਦਾ ਕਾਰਾ ਜਿਹੜਾ ਲਗਾਇਆ ਹੋਇਆ ਸੀ, ਜੋ ਹਰ ਇੱਕ ਗ੍ਰਾਹਕ ਉੱਪਰ ਲਗਾਇਆ ਜਾਂਦਾ ਹੈ ਜਦੋਂ ਉਹ ਬਾਜ਼ਾਰ ਵਿੱਚ ਕੋਈ ਚੀਜ਼ ਖਰੀਦਦਾ ਹੈ। ਤਾਂ ਇਹ ਕਿਸ ਤਰ੍ਹਾਂ ਦਾ ਕਰ ਹੁੰਦਾ ਹੈ? ਚੌਥੀ ਆਪਸ਼ਨ ਵਿਕਰੀ ਕਰ, ਸੇਲ ਟੈਕਸ। ਤਾਂ ਜਦੋਂ ਅਸੀਂ ਨਵੀਂ ਚੀਜ਼ ਖਰੀਦਦੇ ਹਾਂ ਤਾਂ ਉਸ ਦੇ ਉੱਪਰ ਇਹ ਸਾਨੂੰ ਦੇਣਾ ਪੈਂਦਾ ਹੈ। ਅਤੇ 9ਵਾਂ ਸਵਾਲ ਦੇਖੋ, ਟੈਕਸ ਕਰ ਕਿਸੇ ਦੇਸ਼ ਦੀ ਆਰਥਿਕ ਸਥਿਰਤਾ ਵਿੱਚ ਕਿਵੇਂ ਯੋਗਦਾਨ ਪਾਉਂਦੇ ਹਨ? ਉਪਰੋਕਤ ਸਾਰੇ ਆਪਸ਼ਨ ਸਹੀ ਹਨ। ਇਸ ਤੋਂ ਸਰਕਾਰ ਨੂੰ ਆਮਦਨ ਹੁੰਦੀ ਹੈ, ਬਿਲਕੁਲ ਸਹੀ। ਇਹ ਪੈਸਾ ਦੇਸ਼ ਦੇ ਵਿਕਾਸ ਦੇ ਲਈ ਖਰਚਿਆ ਜਾਂਦਾ ਟੈਕਸ ਵਾਲਾ, ਬਿਲਕੁਲ ਸਹੀ। ਸਰਕਾਰਾਂ ਇਹਨਾਂ ਪੈਸਿਆਂ ਨਾਲ ਲੋਕ ਭਲਾਈ ਦੀਆਂ ਨਵੀਆਂ ਸਕੀਮਾਂ ਸ਼ੁਰੂ ਕਰਦੀ ਹੈ, ਬਿਲਕੁਲ ਸਹੀ। ਇਸ ਲਈ ਉਪਰੋਕਤ ਸਾਰੇ ਫੈਕਟਰ ਸਹੀ ਹਨ। ਤਾਂ 10ਵਾਂ ਸਵਾਲ ਦੇਖੋ ਜੀ, ਅੱਜ ਦਾ ਯੁੱਗ ਕੰਪਿਊਟਰ, ਮੋਬਾਈਲ ਅਤੇ ਇੰਟਰਨੈੱਟ ਦਾ ਯੁੱਗ ਹੈ।
ਇਸ ਸੂਚਨਾ ਤੇ ਸੰਚਾਰ ਤਕਨੀਕ ਵਿੱਚ ਤੇਜ਼ੀ ਨਾਲ ਹੋਏ ਵਿਕਾਸ ਕਾਰਨ ਭਾਰਤੀ ਬੈਂਕਾਂ ਨੇ ਆਪਣੇ ਗ੍ਰਾਹਕਾਂ ਨੂੰ ਬਹੁਤ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਹੇਠ ਲਿਖੀਆਂ ਸਹੂਲਤਾਂ ਵਿੱਚੋਂ ਕਿਹੜੀਆਂ ਬੈਂਕ ਨਾਲ ਸੰਬੰਧਿਤ ਨਹੀਂ ਹਨ? ਵੀਜ਼ਾ। ਤਾਂ ਵੀਜ਼ਾ ਜਦੋਂ ਅਸੀਂ ਦੂਸਰੇ ਦੇਸ਼ ਦੇ ਵਿੱਚ ਜਾਣਾ ਹੁੰਦਾ ਤਾਂ ਉਦੋਂ ਸਾਨੂੰ ਵੀਜ਼ਾ ਲੈਣਾ ਪੈਂਦਾ। ਨੈਫਟ ਵੀ ਬੈਂਕ ਨਾਲ ਸੰਬੰਧਿਤ ਹੈ। RTGS ਰੀਅਲ ਟਾਈਮ ਗ੍ਰੋਸ ਸੈਟਲਮੈਂਟ ਇਹ ਵੀ ਬੈਂਕ ਨਾਲ ਸੰਬੰਧਿਤ ਹੈ। ਇੰਟਰਨੈੱਟ ਬੈਂਕਿੰਗ ਇਹ ਵੀ ਬੈਂਕ ਨਾਲ ਸੰਬੰਧਿਤ ਹੈ। ਤਾਂ ਇੱਥੇ ਪੁੱਛਿਆ ਗਿਆ ਸੀ ਕਿਹੜਾ ਸਹੂਲਤ ਬੈਂਕ ਨਾਲ ਸੰਬੰਧਿਤ ਨਹੀਂ ਹੈ? ਵੀਜ਼ਾ। ਅੰਗਰੇਜ਼ੀ ਰਾਜ ਸਥਾਪਿਤ ਹੋਣ ਤੋਂ ਪਹਿਲਾਂ ਭਾਰਤ ਵਿੱਚ ਲਘੂ ਉਦਯੋਗ ਜਿਹੜੇ ਹੈਗੇ ਸੀ, ਲੁਹਾਰ, ਜਲਾਹੇ, ਕਿਸਾਨ, ਤਰਖਾਣ, ਮੋਚੀ, ਘੁਮਿਆਰ ਆਦਿ ਮਿਲ ਕੇ ਪਿੰਡਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਚੀਜ਼ਾਂ ਤਿਆਰ ਕਰਦੇ ਸੀ। ਜਦੋਂ ਅੰਗਰੇਜ਼ ਭਾਰਤ ਵਿੱਚ ਆਏ ਤਾਂ ਇਹ ਲਘੂ ਉਦਯੋਗ ਹੌਲੀ ਹੌਲੀ ਖਤਮ ਹੋ ਗਏ। ਇੱਥੇ ਅਸੀਂ ਦੱਸਣਾ ਇਹਨਾਂ ਵਿੱਚੋਂ ਕਿਹੜਾ ਪਤਨ ਦਾ ਕਾਰਨ ਨਹੀਂ ਸੀ? ਤੀਸਰੀ ਆਪਸ਼ਨ, ਨਵੀਂ ਪੀੜ੍ਹੀ ਦੇ ਲੋਕਾਂ ਵੱਲੋਂ ਲਘੂ ਉਦਯੋਗਾਂ ਵੱਲੋਂ ਤਿਆਰ ਵਸਤੂਆਂ ਦੀ ਮੰਗ ਵਧੇਰੇ ਕਰਨਾ। ਤਾਂ ਇਹ ਫੈਕਟਰ ਆ ਜਿਹੜਾ ਬਿਲਕੁਲ ਗਲਤ ਹੈ, ਕਿਉਂਕਿ ਨਵੀਂ ਪੀੜ੍ਹੀ ਦੇ ਲੋਕ ਕੀ ਕਰਦੇ ਸੀ, ਨਵੇਂ ਜਿਹੜੇ ਹੈਗੇ ਸੀ ਮਸ਼ੀਨਾਂ ਦੀ ਵਰਤੋਂ ਵਾਲਾ ਸਮਾਨ ਨੂੰ ਜ਼ਿਆਦਾ ਪਸੰਦ ਕਰਦੇ ਸੀ। ਆਪਸ਼ਨ ਤੀਸਰਾ ਬਿਲਕੁਲ ਸਹੀ ਹੈ। 12ਵਾਂ ਸਵਾਲ, ਕਥਨ ਕਿਹੜੇ ਸਹੀ ਹਨ? ਭਾਰਤੀ ਕੱਪੜਿਆਂ ਦੀ ਮੰਗ ਸੰਸਾਰ ਭਰ ਵਿੱਚ ਹੈ, ਬਿਲਕੁਲ ਸਹੀ। ਆਧੁਨਿਕ ਉਦਯੋਗਿਕ ਵਿਕਾਸ ਦੇ ਸਿੱਟੇ ਵਜੋਂ ਸਮਾਜ ਵਿੱਚ ਪੂੰਜੀਪਤੀ ਅਤੇ ਮਜ਼ਦੂਰ ਦੋਵੇਂ ਸ਼੍ਰੇਣੀਆਂ ਇੱਕ ਹੋ ਗਈਆਂ, ਇਹ ਗਲਤ ਹੈ। ਕਥਨ ਚੌਥਾ, ਕਥਨ ਊੜਾ ਸਹੀ ਹੈ ਅਤੇ ਆੜਾ ਗਲਤ ਹੈ, ਬਿਲਕੁਲ ਸਹੀ ਹੈ। 13ਵੇਂ ਸਵਾਲ ਦੇ ਵਿੱਚ ਇੰਡੀਆ ਦੇ ਮੈਪ ਦੇ ਵਿੱਚ ਤੁਹਾਨੂੰ ਇੱਕ ਸਟੇਟ ਦੇ ਵਿੱਚ ਜਿਹੜਾ ਇੱਕ ਗੋਲੇ ਦੇ ਰੂਪ ਦੇ ਵਿੱਚ ਇੱਕ ਖੇਤਰ ਦਿਖਾਇਆ ਹੋਇਆ, ਜਿੱਥੇ ਭਾਰਤ ਦਾ ਪਹਿਲਾ ਕਾਰਖਾਨਾ ਸੂਤੀ ਕੱਪੜੇ ਦਾ 1853 ਈਸਵੀ ਦੇ ਵਿੱਚ ਲੱਗਿਆ ਸੀ। ਤਾਂ ਕਿੱਥੇ ਲੱਗਿਆ ਸੀ ਜੀ? ਬੰਬਈ ਦੇ ਵਿੱਚ। ਅੱਜ ਕੱਲ੍ਹ ਜਿਹਨੂੰ ਅਸੀਂ ਮੁੰਬਈ ਕਹਿੰਦੇ ਹਾਂ, ਤਾਂ ਭਾਰਤ ਦੇ ਵਿੱਚ ਪਹਿਲਾ ਕਾਰਖਾਨਾ ਸੂਤੀ ਕੱਪੜੇ ਦਾ ਮਹਾਰਾਸ਼ਟਰ ਦੀ ਮੁੰਬਈ ਖੇਤਰ ਦੇ ਵਿੱਚ 1853 ਈਸਵੀ ਦੇ ਵਿੱਚ ਲੱਗਿਆ ਸੀ, ਬਿਲਕੁਲ ਸਹੀ ਹੈ। ਤਾਂ ਪੈਰੇ ਨੂੰ ਪੜ੍ਹੋ ਜੀ। ਪੈਰੇ ਦੇ ਵਿੱਚੋਂ ਸਵਾਲ ਨੇ, ਹੇਠਲੇ ਦਿੱਤਿਆਂ ਵਿੱਚੋਂ ਕਿਹੜੀ ਲਘੂ ਉਦਯੋਗਾਂ ਦੀ ਇੱਕ ਉਦਾਹਰਨ ਹੈ? ਤਾਂ ਲਘੂ ਉਦਯੋਗ ਜਿਹੜੇ ਘਰ ਦੇ ਵਿੱਚ ਲੱਗਦੇ ਨੇ, ਮਿੱਟੀ ਦੇ ਬਣੇ ਬਰਤਨ, ਇਹ ਲਘੂ ਉਦਯੋਗਾਂ ਦੀ ਉਦਾਹਰਨ ਹੈ। 15ਵਾਂ ਸਵਾਲ, ਹੱਥ ਦੀਆਂ ਬਣੀਆਂ ਵਸਤੂਆਂ ਦੇ ਪਤਨ ਹੋਣ ਦੇ ਹੇਠ ਲਿਖਿਆ ਕਾਰਨਾਂ ਵਿੱਚੋਂ ਕਿਹੜੇ ਕਾਰਨ ਹਨ ਜਾਂ ਹੈ? ਤਾਂ ਇਹਨਾਂ ਪੈਰੇ ਦੇ ਅਕੋਰਡਿੰਗ ਅਸੀਂ ਦੇਖਣਾ ਉਪਰੋਕਤ ਸਾਰੇ, ਕਿਉਂਕਿ ਲੋਕਾਂ ਦੁਆਰਾ ਹੱਥ ਨਾਲ ਤਿਆਰ ਵਸਤਾਂ ਉਹ ਖਰੀਦਦੇ ਨਹੀਂ ਸੀ, ਇਹਨਾਂ ਨੂੰ ਬਣਨ ਦੇ ਲਈ ਵੱਧ ਸਮਾਂ ਲੱਗਦਾ ਸੀ, ਮਿਹਨਤ ਵੀ ਵੱਧ ਲੱਗਦੀ ਸੀ, ਵਸਤਾਂ ਦੀ ਕੀਮਤ ਵੀ ਵੱਧ ਹੁੰਦੀ ਸੀ। ਇਸ ਲਈ ਉਪਰੋਕਤ ਸਾਰੇ ਕਾਰਨਾਂ ਕਰਕੇ ਹੱਥ ਨਾਲ ਬਣੀਆਂ ਵਸਤੂਆਂ ਦਾ ਪਤਨ ਦਾ ਸਹੀ ਉਪਰੋਕਤ ਸਾਰੇ। ਤਾਂ ਇਹ ਜੀ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰੋ। ਧੰਨਵਾਦ।